इस YouTube ਚੈਨਲ ਤੇ ਸਵਾਗਤ ਕਰਦੇ ਹਾਂ ਆਪ ਸਭ ਜੀ ਦਾ। ਅਗਰ ਇਹ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਜ਼ਰੂਰ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਪਿਛਲੀ ਵੀਡੀਓ ਦੇ ਵਿੱਚ ਬੇਟੇ ਆਪਾਂ ਪੜ੍ਹਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਜੀਵਨ ਔਰ ਗੁਰੂ ਗੱਦੀ ਤੇ ਵਿਰਾਜਮਾਨ ਹੋਣ ਸਮੇਂ ਜੋ ਕਠਿਨਾਈਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਸ ਬਾਰੇ। ਅੱਜ ਦੀ ਵੀਡੀਓ ਆਪਾਂ ਉਸ ਤੋਂ ਅੱਗੇ ਕੰਟੀਨਿਊ ਕਰਾਂਗੇ ਉਸ ਟੌਪਿਕ ਨੂੰ ਕਿ ਜਦੋਂ ਖਾਲਸਾ ਦੀ ਸਾਜਨਾ ਕੀਤੀ ਉਹਨਾਂ ਦੇ ਗੁਰੂ ਕਾਲ ਨੂੰ, ਉਸ ਤੋਂ ਪਹਿਲਾਂ ਇੱਕ ਪੂਰਵ ਖਾਲਸਾ ਕਾਲ ਜਿਹੜਾ 1675 ਤੋਂ 1699 ਤੱਕ ਦਾ ਹੈ, ਔਰ ਫਿਰ ਉੱਤਰ ਖਾਲਸਾ ਕਾਲ 1699 ਤੋਂ ਲੈ ਕੇ ਜਦੋਂ ਗੁਰੂ ਸਾਹਿਬ ਪੂਰੇ ਹੋਏ 1708 ਈਸਵੀ ਤੱਕ। ਤਾਂ ਸਭ ਤੋਂ ਪਹਿਲੇ ਆਪਾਂ ਅੱਜ ਦੀ ਵੀਡੀਓ 'ਚ ਪੂਰਵ ਖਾਲਸਾ ਕਾਲ ਯਾਨੀ ਕਿ ਖਾਲਸਾ ਦੀ ਸਥਾਪਨਾ ਤੋਂ ਜੋ ਪਹਿਲੇ ਦਾ ਸਮਾਂ ਉਹਨਾਂ ਦਾ ਗੁਰੂ ਕਾਲ ਸੀ ਉਸ ਬਾਰੇ ਪੜ੍ਹਦੇ ਹਾਂ। ਤਾਂ ਪੂਰਵ ਖਾਲਸਾ ਕਾਲ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਸੈਨਾ ਦਾ ਸੰਗਠਨ ਜਿਹੜਾ ਉਹਨਾਂ ਨੇ ਕੀਤਾ ਸੀ 1675 ਈਸਵੀ ਵਿੱਚ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮੱਖੋਵਾਲ, ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਕਹਿਣ ਲੱਗ ਪਏ, ਵਿਖੇ ਗੁਰੂ ਗੱਦੀ ਉੱਤੇ ਬੈਠੇ ਤਾਂ ਉਹਨਾਂ ਦੀ ਉਮਰ ਕੇਵਲ 9 ਵਰ੍ਹਿਆਂ ਦੀ ਸੀ। ਸਿੱਖ ਧਰਮ ਨੂੰ ਉਸ ਸਮੇਂ ਅੰਦਰਲੇ ਅਤੇ ਬਾਹਰਲੇ ਭਾਰੀ ਖਤਰਿਆਂ ਦਾ ਸਾਹਮਣਾ ਕਰਨਾ ਸੀ। ਇਸ ਭਿਆਨਕ ਅਵਸਥਾ ਵਿੱਚ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਨੇ ਗੁਰੂ ਸਾਹਿਬ ਦੇ ਰਾਖੇ ਦੇ ਰੂਪ ਵਿੱਚ ਯਾਨੀ ਕਿ ਸਰਪ੍ਰਸਤ ਗਾਰਡੀਅਨ ਦੇ ਰੂਪ ਵਿੱਚ ਕੰਮ ਕੀਤਾ। ਕਿਰਪਾਲ ਚੰਦ ਇੱਕ ਬਹੁਤ ਹੀ ਬੁੱਧੀਮਾਨ ਅਤੇ ਦੂਰਦਰਸ਼ੀ ਸਿੱਖ ਸਨ ਜੋ ਹਰਗੋਬਿੰਦ ਜੀ ਦੇ ਸਮੇਂ ਤੋਂ ਸਿੱਖ ਗੁਰੂਆਂ ਦੇ ਸੁਆਮੀ ਭਗਤ ਰਹੇ ਸਨ। ਉਹਨਾਂ ਨੇ ਅਗਲੇਰੇ 9 ਵਰ੍ਹਿਆਂ ਤੱਕ ਗੁਰੂ ਸਾਹਿਬ ਦੀ ਮਾਤਾ ਅਤੇ ਦਾਦੀ ਨੂੰ ਆਪਣੇ ਪ੍ਰਮੁੱਖ ਸਲਾਹਕਾਰ ਮੰਨਦਿਆਂ ਹੋਇਆਂ ਸਿੱਖ ਪੰਥ ਦੇ ਕੰਮਾਂ ਦੀ ਸੁਚੱਜੇ ਢੰਗ ਨਾਲ ਅਗਵਾਈ ਕੀਤੀ। ਸਿੱਖ ਧਰਮ ਦੀ ਰੱਖਿਆ ਕਰਨ ਲਈ ਕਿਰਪਾਲ ਚੰਦ ਨੇ ਗੁਰੂ ਸਾਹਿਬ ਦੀ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸਮਝਿਆ ਅਤੇ ਇਸ ਲਈ ਗੁਰੂ ਸਾਹਿਬ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਸ ਸਿੱਖ ਦੇ 4 ਪੁੱਤਰ ਹੋਣ ਉਹਨਾਂ ਵਿੱਚੋਂ 2 ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚੋਂ ਭਰਤੀ ਕਰਵਾਵੇ। ਛੇਤੀ ਹੀ ਉਹ ਲੋਕ ਜਿਨ੍ਹਾਂ ਦੇ ਵਡੇਰਿਆਂ ਨੇ ਗੁਰੂ ਹਰਗੋਬਿੰਦ ਜੀ ਦੇ ਸਮੇਂ ਯੁੱਧਾਂ ਵਿੱਚ ਭਾਗ ਲਿਆ ਸੀ, ਗੁਰੂ ਸਾਹਿਬ ਦੇ ਦਰਬਾਰ ਵਿੱਚ ਟੋਲੇ ਬਣਾ ਕੇ ਬਹੁਤ ਜ਼ਿਆਦਾ ਗਿਣਤੀ ਵਿੱਚ ਪਹੁੰਚ ਗਏ। ਇਸ ਤਰ੍ਹਾਂ ਛੇਤੀ ਹੀ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਹੋ ਗਏ। ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਤੇ ਉਹਨਾਂ ਨੂੰ ਘੋੜੇ ਤੇ ਸ਼ਸਤਰ ਭੇਂਟ ਕਰਨ। ਸਿੱਖਾਂ ਨੇ ਗੁਰੂ ਸਾਹਿਬ ਦੇ ਇਸ ਹੁਕਮ ਦੀ ਪਾਲਣਾ ਬੜੇ ਹੀ ਉਤਸ਼ਾਹ ਨਾਲ ਕੀਤੀ, ਜਿਸ ਦੇ ਸਿੱਟੇ ਵਜੋਂ ਕਾਫੀ ਮਾਤਰਾ ਵਿੱਚ ਯੁੱਧ ਸਾਮੱਗਰੀ ਗੁਰੂ ਸਾਹਿਬ ਕੋਲੇ ਇਕੱਠੀ ਹੋਣੀ ਸ਼ੁਰੂ ਹੋ ਗਈ। ਦੂਸਰਾ ਜਿਹੜਾ ਪੁਆਇੰਟ ਹੈ, ਸੈਨਾ ਦੀ ਸੰਗਠਨ ਤੋਂ ਬਾਅਦ ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਜਸੀ ਚਿੰਨ੍ਹ ਧਾਰਨ ਕਰ ਲਏ। ਉਹ ਆਪਣੀ ਦਸਤਾਰ ਨਾਲ ਕਲਗੀ ਲਾਉਣ ਲੱਗ ਪਏ। ਉਹ ਰਾਜਗੱਦੀ ਵਾਂਗ ਉੱਚੇ ਆਸਣ ਤੇ ਵਿਰਾਜਮਾਨ ਹੋਣ ਲੱਗ ਪਏ। ਉਹ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਬੜੇ ਕੀਮਤੀ ਤੰਬੂਆਂ ਵਿੱਚ ਲਾਉਣ ਲੱਗੇ। ਉਹਨਾਂ ਨੇ ਆਪਣੇ ਕੋਲ ਬਹੁਤ ਸਾਰੇ ਘੋੜੇ ਤੇ ਹਾਥੀ ਰੱਖ ਲਏ। ਉਹ ਹਰ ਰੋਜ਼ ਕੁਝ ਸਮਾਂ ਮੱਖੋਵਾਲ ਦੇ ਨੇੜੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਵਿੱਚ ਸਮਾਂ ਬਤੀਤ ਕਰਨ ਲੱਗੇ। ਗੁਰੂ ਸਾਹਿਬ ਲਈ ਇੱਕ ਵਿਸ਼ੇਸ਼ ਨਗਾੜਾ ਵਜਾਇਆ ਜਾਣ ਲੱਗਿਆ, ਜਿਸ ਦਾ ਨਾਮ ਰਣਜੀਤ ਨਗਾੜਾ ਰੱਖਿਆ ਗਿਆ। ਜਦੋਂ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਨਾਲ ਸ਼ਿਕਾਰ ਖੇਡਣ ਲਈ ਜਾਇਆ ਕਰਦੇ ਤਾਂ ਇਸ ਨਗਾੜੇ ਨੂੰ ਵਜਾਇਆ ਜਾਂਦਾ ਸੀ। ਉਸ ਤੋਂ ਅੱਗੇ ਹੈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨਾਲ ਗੁਰੂ ਸਾਹਿਬ ਦਾ ਝਗੜਾ। ਮੱਖੋਵਾਲ ਵਿੱਚ ਗੁਰੂ ਸਾਹਿਬ ਦੀਆਂ ਕਾਰਵਾਈਆਂ ਕਾਰਨ ਉਹਨਾਂ ਦਾ ਕਹਿਲੂਰ ਜਾਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨਾਲ ਝਗੜਾ ਹੋ ਗਿਆ। ਭੀਮ ਚੰਦ ਗੁਰੂ ਸਾਹਿਬ ਦੀਆਂ ਸੈਨਿਕ ਗਤੀਵਿਧੀਆਂ ਨੂੰ ਆਪਣੇ ਰਾਜ ਲਈ ਖਤਰੇ ਦਾ ਸਾਧਨ ਸਮਝਦਾ ਸੀ। ਭੀਮ ਚੰਦ ਨੇ ਗੁਰੂ ਸਾਹਿਬ ਨੂੰ ਅਧੀਨਤਾ ਦੇ ਚਿੰਨ੍ਹ ਵਜੋਂ ਵਾਰਸ਼ਿਕ ਕਰ ਦੇਣ ਲਈ ਕਿਹਾ, ਪਰੰਤੂ ਕਿਰਪਾਲ ਚੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦੀ ਇਸ ਮੰਗ ਨੂੰ ਅਨੁਚਿਤ ਸਮਝਦਿਆਂ ਹੋਇਆਂ ਅਸਵੀਕਾਰ ਕਰ ਦਿੱਤਾ। ਭੀਮ ਚੰਦ ਗੁਰੂ ਸਾਹਿਬ ਨੂੰ ਮਿਲਣ ਲਈ ਮੱਖੋਵਾਲ ਚਲਾ ਗਿਆ। ਗੁਰੂ ਸਾਹਿਬ ਨੇ ਉਸ ਦਾ ਇੱਕ ਬਹੁਤ ਵੱਡੇ ਤੇ ਸ਼ਾਨਦਾਰ ਦਰਬਾਰ ਵਿੱਚ ਸਵਾਗਤ ਕੀਤਾ। ਉਹ ਗੁਰੂ ਸਾਹਿਬ ਦੀ ਠਾਠ-ਬਾਠ ਪ੍ਰਸ਼ਾਦੀ ਨਾਮਕ ਸਫੈਦ ਹਾਥੀ, ਜੋ ਗੁਰੂ ਸਾਹਿਬ ਨੂੰ ਆਸਾਮ ਦੇ ਰਾਜੇ ਰਤਨ ਰਾਏ ਨੇ ਗਿਫਟ ਵਿੱਚ ਦਿੱਤਾ ਸੀ, ਭੇਂਟ ਵਿੱਚ ਦਿੱਤਾ ਸੀ, ਅਤੇ ਵਡਮੁੱਲੇ ਤੰਬੂ ਜੋ ਗੁਰੂ ਸਾਹਿਬ ਨੇ ਕਾਬਲ ਦੇ ਦੂਨੀ ਚੰਦ ਨਾਮਕ ਸਿੱਖ ਨੇ ਗੁਰੂ ਸਾਹਿਬ ਨੂੰ ਭੇਂਟ ਕੀਤਾ ਸੀ, ਇਹ ਵੀ ਗਿਫਟ ਸੀ, ਨੂੰ ਵੇਖ ਕੇ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਿਆ। ਹੁਣ ਉਹ ਰਾਜਾ ਸੀ, ਕਿਉਂਕਿ ਉਹਦੇ ਕੋਲੇ ਇੰਨੀ ਸ਼ਾਹੀ ਸਮਾਨ ਹੈ ਨਹੀਂ ਸੀ, ਗੁਰੂ ਸਾਹਿਬ ਕੋਲੇ ਸੀ, ਤਾਂ ਉਹਦੇ ਮਨ ਵਿੱਚ ਈਰਸ਼ਾ ਹੋਣ ਲੱਗ ਗਈ ਕਿ ਬਈ ਮੈਂ ਤਾਂ ਇੱਕ ਰਾਜਾ ਔਰ ਇਹ ਤਾਂ ਇੱਕ ਫਕੀਰ ਹੈ, ਔਰ ਰਾਜੇ ਕੋਲੇ ਇੰਨਾ ਸ਼ਾਹੀ ਠਾਠ-ਬਾਠ ਹੈ ਨਹੀਂ, ਇਹਨਾਂ ਕੋਲੇ ਹੈ, ਤਾਂ ਉਹ ਜੈਲਸ ਹੋ ਗਿਆ। ਕੁਝ ਸਮੇਂ ਪਿੱਛੋਂ ਭੀਮ ਚੰਦ ਨੇ ਆਪਣੇ ਪੁੱਤਰ ਦੀ ਗੜਵਾਲ ਦੇ ਰਾਜਾ ਫਤਿਹ ਸ਼ਾਹ ਦੀ ਪੁੱਤਰੀ ਨਾਲ
ਕੁੜਮਾਈ ਦੇ ਮੌਕੇ ਤੇ ਗੁਰੂ ਸਾਹਿਬ ਤੋਂ ਸਫੈਦ ਹਾਥੀ ਅਤੇ ਤੰਬੂ ਕੁਝ ਦਿਨਾਂ ਲਈ ਉਧਾਰ ਮੰਗਿਆ, ਪਰੰਤੂ ਗੁਰੂ ਸਾਹਿਬ ਨੇ ਇਹ ਮੰਗ ਨੂੰ ਅਸਵੀਕਾਰ ਕਰ ਦਿੱਤਾ। ਭੀਮ ਚੰਦ ਕ੍ਰੋਧਿਤ ਹੋ ਗਿਆ ਅਤੇ ਉਸਨੇ ਆਪਣੀ ਸੈਨਾ ਸਹਿਤ ਮੱਖੋਵਾਲ ਉੱਤੇ ਧਾਵਾ ਬੋਲ ਦਿੱਤਾ। ਕਿਰਪਾਲ ਚੰਦ ਤੇ ਗੁਰੂ ਸਾਹਿਬ ਨੇ ਆਪਣੇ ਥੋੜੇ ਜਿਹੇ ਬਹਾਦਰ ਸਿੱਖ ਸੈਨਿਕਾਂ ਸਹਿਤ ਵੈਰੀਆਂ ਦਾ ਬੜੀ ਹੀ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਭਾਂਜ ਕੇ ਭਜਾ ਦਿੱਤਾ। ਡਾਕਟਰ ਹਰੀਰਾਮ ਗੁਪਤਾ ਦੇ ਕਥਨ ਅਨੁਸਾਰ ਇਹ ਆਨੰਦਪੁਰ ਦੀ ਪਹਿਲੀ ਲੜਾਈ ਸੀ ਜੋ 1682 ਈਸਵੀ ਵਿੱਚ ਹੋਈ। ਇਸ ਹਾਰ ਪਿੱਛੋਂ ਭੀਮ ਚੰਦ ਗੁਰੂ ਸਾਹਿਬ ਦੀ ਸ਼ਕਤੀ ਨੂੰ ਕੁਚਲਣ ਲਈ ਸਾਜ਼ਿਸ਼ਾਂ ਕਰਦਾ ਰਿਹਾ, ਪਰੰਤੂ ਸਾਰੀਆਂ ਨਿਸ਼ਫਲ ਰਹੀਆਂ। ਅੱਗੇ ਕਰਦੇ ਹਾਂ ਗੁਰੂ ਸਾਹਿਬ ਦਾ ਪਾਉਂਟਾ ਸਾਹਿਬ ਵਿਖੇ ਚਲੇ ਜਾਣਾ। ਗੁਰੂ ਸਾਹਿਬ ਭੀਮ ਚੰਦ ਨਾਲ ਲੜਾਈ ਕਰਨਾ ਨਹੀਂ ਸਨ ਚਾਹੁੰਦੇ, ਕਿਉਂਕਿ ਹੁਣ ਉਹ ਤਾਂ ਜੈਲਸ ਹੋ ਗਿਆ ਸੀ ਔਰ ਲਗਾਤਾਰ ਗੁਰੂ ਸਾਹਿਬ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਸੀ। ਲੇਕਿਨ ਗੁਰੂ ਸਾਹਿਬ ਜਿਹੜੇ ਸੀ ਉਹ ਸੰਗਠਨ ਦੇ ਵਿੱਚ ਸਮਾਂ ਲਗਾਉਣਾ ਚਾਹੁੰਦੇ ਸੀ, ਨਾ ਕਿ ਭੀਮ ਚੰਦ ਦੇ ਨਾਲ ਟਕਰਾਅ ਵਿੱਚ। ਭੀਮ ਚੰਦ ਨਾਲ ਲੜਾਈ ਉਹ ਨਹੀਂ ਕਰਨਾ ਚਾਹੁੰਦੇ ਸਨ, ਕਿਉਂਕਿ ਉਹ ਅਜਿਹੇ ਯੁੱਧ ਵਿੱਚ ਆਪਣੀ ਸੈਨਿਕ ਸ਼ਕਤੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਸਨ। ਉਹ ਕਿਸੇ ਸੁਰੱਖਿਅਤ ਸਥਾਨ ਤੇ ਕੁਝ ਵਰ੍ਹਿਆਂ ਤੱਕ ਆਪਣੇ ਵੱਡੇ ਪੈਮਾਨੇ ਤੇ ਮੁਗਲਾਂ ਵਿਰੁੱਧ ਸੈਨਿਕ ਤਿਆਰੀਆਂ ਕਰਨਾ ਚਾਹੁੰਦੇ ਸਨ। ਜਦੋਂ ਉਹ ਕਿਸੇ ਸੁਰੱਖਿਅਤ ਸਥਾਨ ਬਾਰੇ ਸੋਚ ਹੀ ਰਹੇ ਸਨ ਤਾਂ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਉਹਨਾਂ ਨੂੰ ਆਪਣੇ ਰਾਜ ਵਿੱਚ ਆਉਣ ਦਾ ਸੱਦਾ ਦਿੱਤਾ। ਗੁਰੂ ਸਾਹਿਬ ਨੇ ਮੇਦਨੀ ਪ੍ਰਕਾਸ਼ ਦੇ ਬੁਲਾਵੇ ਨੂੰ ਸਵੀਕਾਰ ਕਰ ਲਿਆ ਤੇ ਆਪਣੇ ਪਰਿਵਾਰ ਸੰਬੰਧੀਆਂ ਤੇ ਸੈਨਿਕ ਸਹਿਤ ਨਾਹਨ ਰਾਜ ਵਿੱਚ ਚਲੇ ਗਏ। ਉੱਥੇ ਜਮਨਾ ਨਦੀ ਦੇ ਕੰਢੇ ਗੁਰੂ ਸਾਹਿਬ ਨੇ ਇੱਕ ਸੁੰਦਰ ਇਕਾਂਤ ਸਥਾਨ ਚੁਣਿਆ। ਉਸ ਥਾਂ ਤੇ ਗੁਰੂ ਸਾਹਿਬ ਦੇ ਸਿੱਖਾਂ ਅਤੇ ਰਾਜਾ ਮੇਦਨੀ ਪ੍ਰਕਾਸ਼ ਦੇ ਆਦਮੀਆਂ ਨੇ ਮਿਲ ਕੇ ਬੜੀ ਮਿਹਨਤ ਨਾਲ ਇੱਕ ਕਿਲੇ ਦੀ ਉਸਾਰੀ ਕੀਤੀ, ਜਿਸ ਦਾ ਨਾਂ ਪਾਉਂਟਾ ਰੱਖਿਆ ਗਿਆ। ਪਾਉਂਟਾ ਦਾ ਅਰਥ ਹੈ ਪੈਰ ਰੱਖਣ ਦੀ ਥਾਂ, ਭਾਵ ਠਹਿਰਣ ਦਾ ਸਥਾਨ। ਇਹ ਸਥਾਨ ਨਾਹਨ ਤੋਂ ਲਗਭਗ 43 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪਾਉਂਟਾ ਸਾਹਿਬ ਵਿਖੇ ਤਿਆਰੀਆਂ। ਹੁਣ ਗੁਰੂ ਸਾਹਿਬ ਪਾਉਂਟਾ ਸਾਹਿਬ ਵਿਖੇ ਗਏ ਹੀ ਤਾਂ ਸੀ ਕਿਉਂਕਿ ਉਹ ਸੰਗਠਨ ਸਿੱਖਾਂ ਦਾ ਜਿਹੜਾ ਉਹ ਮਜ਼ਬੂਤ ਕਰਨਾ ਚਾਹੁੰਦੇ ਸੀ, ਸੈਨਿਕ ਸ਼ਕਤੀ ਵਧਾਉਣਾ ਚਾਹੁੰਦੇ ਸੀ। ਤਾਂ ਗੁਰੂ ਸਾਹਿਬ ਕਈ ਸਾਲ ਪਾਉਂਟਾ ਸਾਹਿਬ ਵਿਖੇ ਬਤੀਤ ਕੀਤੇ, ਜੋ ਉਹਨਾਂ ਦੇ ਸਭ ਤੋਂ ਵੱਧ ਫਲਦਾਇਕ ਅਤੇ ਮਹੱਤਵਪੂਰਨ ਸਾਲ ਸਨ। ਸਭ ਤੋਂ ਪਹਿਲਾਂ ਤਾਂ ਇਹ ਸਾਲ ਗੁਰੂ ਸਾਹਿਬ ਦੀਆਂ ਸਾਹਿਤਕ ਕਾਰਵਾਈਆਂ ਲਈ ਪ੍ਰਸਿੱਧ ਹਨ। ਗੁਰੂ ਸਾਹਿਬ ਨੇ ਇੱਥੇ ਅਕਾਲ ਉਸਤਤ ਅਤੇ ਕ੍ਰਿਸ਼ਨ ਅਵਤਾਰ ਦੀਆਂ ਰਚਨਾਵਾਂ ਨੂੰ ਸੰਪੂਰਨ ਕੀਤਾ। ਇਹਨਾਂ ਤੋਂ ਇਲਾਵਾ ਉਹਨਾਂ ਨੇ ਸ਼ਸਤਰ ਨਾਮ ਮਾਲਾ ਅਤੇ ਚੰਡੀ ਦੀ ਵਾਰ ਦੀ ਰਚਨਾ ਕੀਤੀ। ਕਿਹਾ ਜਾਂਦਾ ਹੈ ਕਿ ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਰਪ੍ਰਸਤੀ ਪ੍ਰਾਪਤ ਸੀ। ਸਾਹਿਤ ਦੀ ਰਚਨਾ ਕਰਨ ਵਿੱਚ ਗੁਰੂ ਸਾਹਿਬ ਦਾ ਉਦੇਸ਼ ਆਪਣੇ ਸਿੱਖਾਂ ਵਿੱਚ ਨਵੀਂ ਭਾਵਨਾ ਉਤਪੰਨ ਕਰਨਾ ਅਤੇ ਹਰ ਤਰ੍ਹਾਂ ਨਾਲ ਅਨਿਆਂ ਅਤੇ ਅਤਿਆਚਾਰ ਵਿਰੁੱਧ ਉਹਨਾਂ ਦੇ ਦਿਲਾਂ ਨੂੰ ਮਜ਼ਬੂਤ ਕਰਨਾ ਸੀ। ਮਜ਼ਬੂਤ ਕਰਨਾ ਯਾਨੀ ਕਿ ਉਹ ਸਿੱਖਾਂ ਦੇ ਜਿਹੜੇ ਜਿਗਰੇ ਸੀ ਉਹਨਾਂ ਨੂੰ ਪੱਕਾ ਕਰਨਾ ਚਾਹੁੰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਐਡਾ ਸਿੱਖਾਂ ਲਈ ਆਸਾਨ ਨਹੀਂ ਹੋਣ ਵਾਲਾ ਹੈ ਔਰ ਮੁਸ਼ਕਲਾਂ ਝੱਲਣ ਲਈ ਜਿਗਰਾ ਮਜ਼ਬੂਤ ਕਰਨ ਦੀ ਜ਼ਰੂਰਤ ਪੈਂਦੀ ਹੈ, ਤਿਆਗ ਕਰਨ ਦੀ ਜ਼ਰੂਰਤ ਪੈਂਦੀ ਹੈ, ਸਰੀਰਕ ਔਰ ਮਾਨਸਿਕ ਬਲ ਸ਼ਕਤੀ ਦੀ ਜ਼ਰੂਰਤ ਪੈਂਦੀ ਹੈ। ਉਹਨਾਂ ਨੇ ਰਾਮਾਇਣ ਤੇ ਮਹਾਭਾਰਤ ਦੇ ਨਾਇਕਾਂ ਦੀਆਂ ਕਥਾਵਾਂ ਦਾ ਅਨੁਵਾਦ ਕੀਤਾ ਤਾਂ ਜੋ ਇਹਨਾਂ ਨੂੰ ਪੜ੍ਹ ਕੇ ਸਿੱਖਾਂ ਦੇ ਦਿਲ ਵਿੱਚ ਉਤਸ਼ਾਹ ਤੇ ਬਹਾਦਰੀ ਦੀਆਂ ਭਾਵਨਾਵਾਂ ਭਰੀਆਂ ਜਾ ਸਕਣ। ਆਪਣੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੇ ਨਾਲ ਨਾਲ ਗੁਰੂ ਸਾਹਿਬ ਨੇ ਉਹਨਾਂ ਦੀ ਸਰੀਰਕ ਉੱਨਤੀ ਵੱਲ ਵੀ ਧਿਆਨ ਦਿੱਤਾ। ਉਹਨਾਂ ਨੇ ਸਿੱਖਾਂ ਨੂੰ ਘੋੜਸਵਾਰੀ ਕਰਨ, ਤੀਰ ਕਮਾਨ ਚਲਾਉਣ ਅਤੇ ਤਲਵਾਰ ਦੀ ਵਰਤੋਂ ਕਰਨ ਦੀ ਵੀ ਸਿੱਖਿਆ ਦਿੱਤੀ ਅਤੇ ਹੌਲੀ-ਹੌਲੀ ਸਿੱਖਾਂ ਨੂੰ ਨਿਪੁੰਨ ਸੈਨਿਕ ਬਣਾ ਦਿੱਤਾ। ਗੁਰੂ ਸਾਹਿਬ ਸਡੋਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ 500 ਪਠਾਣਾਂ ਨੂੰ ਵੀ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ, ਜਿਨ੍ਹਾਂ ਨੂੰ ਮੁਗਲ ਸੈਨਾ ਵਿੱਚੋਂ ਕੱਢ ਦਿੱਤਾ ਗਿਆ ਸੀ। ਹੁਣ ਇੱਥੇ ਮੈਂ ਇਹ ਵੀ ਦੱਸਣਾ ਬੇਟੇ ਤੁਹਾਨੂੰ ਜ਼ਰੂਰੀ ਸਮਝਦਾ ਕਿ ਕਈ ਇਤਿਹਾਸਕਾਰ ਇਸ ਚੀਜ਼ ਨੂੰ ਵੀ ਗੁਰੂ ਸਾਹਿਬ ਦੇ ਖਿਲਾਫ ਮੰਨਦੇ ਨੇ ਕਿ ਜਿਨ੍ਹਾਂ ਨੂੰ ਮੁਗਲਾਂ ਨੇ ਆਪਦੀ ਸੈਨਾ ਚੋਂ ਕੱਢ ਦਿੱਤਾ ਸੀ ਤਾਂ ਉਹਨਾਂ ਨੂੰ ਗੁਰੂ ਸਾਹਿਬ ਨੇ ਆਪਦੀ ਸੈਨਾ ਵਿੱਚ ਭਰਤੀ ਕਰ ਲਿਆ। ਲੇਕਿਨ ਇੱਥੇ ਇਹ ਦੱਸਣਾ ਵਿਸ਼ੇਸ਼ ਜ਼ਰੂਰੀ ਹੈ ਕਿ ਇਹ ਉਹੀ ਲੋਕ ਸਨ ਜਿਹੜੇ ਸਿੱਖਾਂ ਦੇ ਉੱਪਰ ਹੋ ਰਹੇ ਅਤਿਆਚਾਰਾਂ ਔਰ ਇਸਲਾਮ ਵਿੱਚ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਦੇ ਸਨ ਔਰ ਇਸੇ ਕਰਕੇ ਇਹਨਾਂ ਨੂੰ ਮੁਗਲ ਸੈਨਾ ਵਿੱਚੋਂ ਕੱਢ ਦਿੱਤਾ ਗਿਆ ਸੀ, ਬਰਖਾਸਤ ਕਰ ਦਿੱਤਾ ਗਿਆ ਸੀ। ਲੇਕਿਨ ਕਿਉਂਕਿ ਇਨਸਾਨੀਅਤ ਦੇ ਪੈਮਾਨੇ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਿੱਖ ਫੌਜ ਦੇ ਵਿੱਚ ਭਰਤੀ ਕਰ ਲਿਆ। ਅੱਗੇ ਹੈ ਜੀ ਭੰਗਾਣੀ ਦੀ ਲੜਾਈ 1688 ਈਸਵੀ। ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਕਾਰਨ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਸੀ। ਗੁਰੂ ਸਾਹਿਬ ਇੱਕ ਸੁਤੰਤਰ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਉਹ ਇਹਨਾਂ ਕਾਰਵਾਈਆਂ ਨੂੰ ਆਪਣੇ ਰਾਜਾਂ ਲਈ ਖਤਰੇ ਦਾ ਸਾਧਨ ਸਮਝਦੇ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ, ਗੜਵਾਲ ਦੇ ਰਾਜਾ ਫਤਿਹ ਸ਼ਾਹ, ਕਾਂਗੜਾ ਦੇ ਰਾਜਾ ਕਿਰਪਾਲ ਚੰਦ, ਗੁਲੇਰ ਦੇ ਰਾਜਾ ਗੋਪਾਲ ਚੰਦ ਅਤੇ ਜਸਵਾਲ ਦੇ ਰਾਜਾ ਕੇਸਰੀ ਚੰਦ ਨੇ ਗੁਰੂ ਸਾਹਿਬ ਵਿਰੁੱਧ
ਗੱਠਜੋੜ ਕਰਕੇ ਭਾਰੀ ਸੈਨਾ ਸਹਿਤ ਪਾਉਂਟਾ ਵੱਲ ਚੜ੍ਹਾਈ ਕਰ ਦਿੱਤੀ। ਗੁਰੂ ਸਾਹਿਬ ਨੇ ਆਪਣੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾ ਤਿਆਰ ਕਰ ਲਈ। ਉਹਨਾਂ ਨੇ ਪਹਾੜੀ ਰਾਜਿਆਂ ਨਾਲ ਯੁੱਧ ਕਰਨ ਲਈ ਜਮਨਾ ਤੇ ਉਸਦੀ ਸ਼ਾਖਾਗਿਰੀ ਵਿਚਾਲੇ ਭੰਗਾਣੀ ਨਾਮਕ ਸਥਾਨ ਚੁਣਿਆ, ਜੋ ਪਾਉਂਟਾ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਆਪਣੀ ਇੱਛਾ ਅਨੁਸਾਰ ਯੁੱਧ ਖੇਤਰ ਦੇ ਉਚਿਤ ਸਥਾਨ ਦੀ ਚੋਣ ਨਾਲ ਗੁਰੂ ਸਾਹਿਬ ਨੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਧੀ ਲੜਾਈ ਜਿੱਤ ਲਈ ਸੀ। ਯੁੱਧ ਆਰੰਭ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਅਧਿਕਤਰ ਪਠਾਨ ਸੈਨਿਕ ਉਹਨਾਂ ਨੂੰ ਧੋਖਾ ਦੇ ਕੇ ਵੈਰੀਆਂ ਨਾਲ ਜਾ ਮਿਲੇ, ਪਰੰਤੂ ਗੁਰੂ ਸਾਹਿਬ ਦੇ ਸੁਭਾਗ ਨੂੰ ਇਸ ਭਿਆਨਕ ਅਵਸਥਾ ਵਿੱਚ ਪੀਰ ਬੁੱਧੂ ਸ਼ਾਹ ਆਪਣੇ 4 ਪੁੱਤਰਾਂ ਤੇ 700 ਅਨੁਯਾਈਆਂ ਸਮੇਤ ਗੁਰੂ ਸਾਹਿਬ ਨਾਲ ਆ ਮਿਲਿਆ। 3 ਅਕਤੂਬਰ 1688 ਈਸਵੀ ਨੂੰ ਇੱਕ ਘਮਾਸਾਨ ਲੜਾਈ ਹੋਈ, ਜੋ 9 ਘੰਟਿਆਂ ਤੱਕ ਚੱਲਦੀ ਰਹੀ। ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ, ਜਿਨ੍ਹਾਂ ਵਿੱਚ ਕਿਰਪਾਲ ਚੰਦ, ਦਿਆਲ ਰਾਮ, ਸਾਹਿਬ ਚੰਦ ਅਤੇ ਦੀਵਾਨ ਚੰਦ ਦਾ ਨਾਂ ਖਾਸ ਹੈ, ਨੇ ਇਸ ਲੜਾਈ ਵਿੱਚ ਅਨੋਖੀ ਬਹਾਦਰੀ ਵਿਖਾਈ ਅਤੇ ਦੁਸ਼ਮਣਾਂ ਦੀ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਚਾਹੇ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਤੇ ਕਈ ਸਿੱਖ ਸ਼ਹੀਦੀਆਂ ਪਾ ਗਏ, ਗੁਰੂ ਸਾਹਿਬ ਨੇ ਇਸ ਲੜਾਈ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪਹਾੜੀ ਰਾਜਿਆਂ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ ਅਤੇ ਹਾਰ ਖਾ ਕੇ ਉਹ ਭੱਜ ਨਿਕਲੇ। ਭੰਗਾਣੀ ਦੀ ਜਿੱਤ ਗੁਰੂ ਸਾਹਿਬ ਦੇ ਜੀਵਨ ਦੀ ਪਹਿਲੀ ਤੇ ਅਤਿਅੰਤ ਮਹੱਤਵਪੂਰਨ ਸ਼ਾਨਦਾਰ ਜਿੱਤ ਸੀ। ਸੀਮਿਤ ਸਾਧਨਾਂ ਅਤੇ ਥੋੜ੍ਹੇ ਜਿਹੇ ਸੈਨਿਕਾਂ ਸਹਿਤ ਪਹਾੜੀ ਰਾਜਿਆਂ ਦੀ ਮਿਲਵੀਂ ਵਿਸ਼ਾਲ ਸੈਨਾ ਨੂੰ ਹਰਾ ਦੇਣ ਨਾਲ ਗੁਰੂ ਸਾਹਿਬ ਦੀ ਪ੍ਰਤਿਸ਼ਠਾ ਅਤੇ ਸ਼ਕਤੀ ਦੀ ਤਾਕ ਜੰਮ ਗਈ। ਗੁਰੂ ਸਾਹਿਬ ਦੀ ਵਿਜੈ ਦਾ ਪਰਾਜਿਤ ਪਹਾੜੀ ਰਾਜਿਆਂ ਉੱਤੇ ਵੀ ਡੂੰਘਾ ਅਸਰ ਪਿਆ। ਉਹਨਾਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਹਨਾਂ ਨਾਲ ਮਿੱਤਰਤਾ ਕਰ ਲਈ। ਭੰਗਾਣੀ ਦੀ ਵਿਜੈ ਪਿੱਛੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਨੂੰ ਛੱਡ ਕੇ ਫਿਰ ਬਿਲਾਸਪੁਰ ਦੇ ਰਾਜੇ ਦੇ ਇਲਾਕੇ ਵਿੱਚ ਆ ਗਏ। ਉਹਨਾਂ ਨੇ ਹੁਣ ਮੱਖੋਵਾਲ ਨੂੰ ਆਪਣੀ ਪ੍ਰਮੁੱਖ ਕਾਰਜਸ਼ਾਲਾ ਬਣਾ ਲਿਆ। ਮੱਖੋਵਾਲ ਦਾ ਨਵਾਂ ਨਾਂ ਆਨੰਦਪੁਰ ਪੈ ਗਿਆ। ਗੁਰੂ ਸਾਹਿਬ ਨੇ ਭੀਮ ਚੰਦ ਦੀ ਮਿੱਤਰਤਾ ਦਾ ਲਾਭ ਉਠਾਉਂਦਿਆਂ ਹੋਇਆਂ ਆਨੰਦਪੁਰ ਵਿਖੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫਤਿਹਗੜ੍ਹ ਨਾਮੀ 4 ਕਿਲ੍ਹਿਆਂ ਦੀ ਉਸਾਰੀ ਕਰਵਾਈ। ਇੱਥੇ ਮੈਂ ਫਿਰ ਇੱਕ ਵਾਰੀ ਦੱਸ ਦਿਆਂ ਕਿ ਜਿਹੜੇ 700 ਪਠਾਨ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ ਗੁਰੂ ਸਾਹਿਬ ਨੇ ਆਦੀ ਫੌਜ 'ਚ ਭਰਤੀ ਕੀਤੇ ਸੀ। ਗੁਰੂ ਸਾਹਿਬ ਨੇ ਤਾਂ ਆਦੀ ਅੱਛਾਈ, ਆਦੀ ਇਨਸਾਨੀਅਤ ਔਰ ਸ਼ੁਭ ਸੋਚਦੇ ਹੋਏ ਉਹਨਾਂ ਨੂੰ ਆਪਦੀ ਫੌਜ ਵਿੱਚ ਭਰਤੀ ਕਰ ਲਿਆ ਸੀ, ਲੇਕਿਨ ਉਹਨਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਔਰ ਇਸ ਭੰਗਾਣੀ ਦੀ ਲੜਾਈ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਹ ਗੁਰੂ ਸਾਹਿਬ ਦਾ ਸਾਥ ਛੱਡ ਕੇ ਚਲੇ ਗਏ ਸਨ। ਅੱਗੇ ਹੈ ਨਾਦੌਨ ਦੀ ਲੜਾਈ 1690 ਈਸਵੀ। ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕਰਨ ਪਿੱਛੋਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਜਿਹੜਾ ਉਹ ਸਾਲਾਨਾ ਟੈਕਸ ਦਿੰਦੇ ਸੀ ਉਹ ਦੇਣਾ ਬੰਦ ਕਰ ਦਿੱਤਾ। ਇਸ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਨ ਨੇ ਵਿਦਰੋਹੀ ਪਹਾੜੀ ਰਾਜਿਆਂ ਦੇ ਵਿਰੁੱਧ 1690 ਈਸਵੀ ਵਿੱਚ ਅਲਫ ਖਾਨ ਦੀ ਅਗਵਾਈ ਹੇਠ ਇੱਕ ਮੁਹਿੰਮ ਭੇਜੀ। ਕਾਂਗੜਾ ਤੋਂ 30 ਕਿਲੋਮੀਟਰ ਦੂਰ ਦੱਖਣ ਪੂਰਬ ਵੱਲ ਬਿਆਸ ਨਦੀ ਦੇ ਤੱਟ ਤੇ ਨਾਦੌਨ ਨਾਮੀ ਥਾਂ ਤੇ 20 ਮਾਰਚ 1690 ਈਸਵੀ ਨੂੰ ਇੱਕ ਲੜਾਈ ਹੋਈ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜਾ ਕਿਰਪਾਲ ਚੰਦ ਨੇ ਅਲਫ ਖਾਨ ਦਾ ਸਾਥ ਦਿੱਤਾ। ਗੁਰੂ ਸਾਹਿਬ ਨੇ ਰਾਜਾ ਭੀਮ ਚੰਦ ਤੇ ਉਸਦੇ ਸਾਥੀ ਪਹਾੜੀ ਰਾਜਿਆਂ ਦੇ ਪੱਖ ਵਿੱਚ ਯੁੱਧ ਵਿੱਚ ਭਾਗ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਦਾ ਪ੍ਰਮਾਣ ਦਿੱਤਾ ਅਤੇ ਅਲਫ ਖਾਨ ਹਾਰ ਗਿਆ ਅਤੇ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਿਆ। ਪਰੰਤੂ ਇਸ ਵਿਜੈ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਅਲਫ ਖਾਨ ਨਾਲ ਗੁਪਤ ਸਮਝੌਤਾ ਕਰ ਲਿਆ ਅਤੇ ਮੁਗਲ ਸਰਕਾਰ ਨੂੰ ਟੈਕਸ ਦੇਣਾ ਮੰਨ ਲਿਆ। ਗੁਰੂ ਸਾਹਿਬ ਨੇ ਹੁਣ ਇਹ ਅਨੁਭਵ ਕਰ ਲਿਆ ਕਿ ਉਹ ਭੀਮ ਚੰਦ ਦੀ ਮਿੱਤਰਤਾ ਉੱਤੇ ਨਿਰਭਰ ਨਹੀਂ ਕਰ ਸਕਦੇ। ਇੱਥੇ ਇਹ ਗੱਲ ਵਿਸ਼ੇਸ਼ ਦੱਸਣਯੋਗ ਹੈ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਪਹਾੜੀ ਰਾਜਿਆਂ ਨੂੰ ਹਰਾ ਦਿੱਤਾ ਸੀ। ਉਸ ਤੋਂ ਪਹਿਲਾਂ ਪਹਾੜੀ ਰਾਜੇ ਮੁਗਲਾਂ ਦੇ ਅਧੀਨ ਸਨ ਔਰ ਹਰ ਸਾਲ ਉਹਨਾਂ ਨੂੰ ਟੈਕਸ ਦਿੰਦੇ ਸਨ, ਲੇਕਿਨ ਗੁਰੂ ਸਾਹਿਬ ਤੋਂ ਹਾਰ ਗਏ ਤਾਂ ਗੁਰੂ ਸਾਹਿਬ ਹੁਣ ਉਹਨਾਂ ਦੇ ਵੱਡੇ ਲੀਡਰ ਬਣੇ। ਤਾਂ ਇਸ ਕਰਕੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੇ ਨਾਲ ਮਿਲ ਕੇ ਮੁਗਲਾਂ ਨੂੰ ਟੈਕਸ ਦੇਣਾ ਬੰਦ ਕਰ ਦਿੱਤਾ, ਜਿਸ ਤੇ ਮੁਗਲਾਂ ਨੇ ਪਹਾੜੀ ਰਾਜਿਆਂ ਦੇ ਖਿਲਾਫ ਕਾਰਵਾਈ ਕੀਤੀ। ਲੇਕਿਨ ਹੁਣ ਪਹਾੜੀ ਰਾਜੇ ਡਰ ਗਏ ਔਰ ਫਿਰ ਗੁਰੂ ਸਾਹਿਬ ਦਾ ਸਾਥ ਛੱਡ ਕੇ ਮੁਗਲਾਂ ਦੇ ਨਾਲ ਮਿਲ ਗਏ। ਤਾਂ ਗੁਰੂ ਸਾਹਿਬ ਨੂੰ ਬੜਾ ਸਪਸ਼ਟ ਹੋ ਗਿਆ ਕਿ ਪਹਾੜੀ ਰਾਜਿਆਂ ਤੇ ਵਿਸ਼ਵਾਸ ਕਰਨਾ ਜਾਂ ਉਹਨਾਂ ਦੀ ਮਿੱਤਰਤਾ ਤੇ ਨਿਰਭਰ ਨਹੀਂ ਕੀਤਾ ਜਾ ਸਕਦਾ ਔਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਕਿ ਅਗਰ ਮੁਗਲਾਂ ਨਾਲ ਮੁਕਾਬਲਾ ਕਰਨਾ ਹੈ ਤਾਂ ਆਤਮ ਨਿਰਭਰ ਬਣਨਾ ਪਏਗਾ। ਆਪਦਾ ਇੱਕ ਫੌਜੀ ਸੰਗਠਨ ਖੜਾ ਕਰਨਾ ਇਸ ਦੇ ਲਈ ਅਤੀ ਜ਼ਰੂਰੀ ਹੈ। ਗੁਰੂ ਜੀ ਤੇ ਪਹਾੜੀ ਰਾਜਿਆਂ ਦੇ ਵਿਰੁੱਧ ਮੁਗਲਾਂ ਦੀਆਂ ਮੁਹਿੰਮਾਂ। ਜਦੋਂ ਮੁਗਲ ਸਮਰਾਟ ਔਰੰਗਜ਼ੇਬ ਨੂੰ ਦੱਖਣੀ ਭਾਰਤ
ਵਿੱਚ ਗੁਰੂ ਸਾਹਿਬ ਦੀ ਵੱਧਦੀ ਹੋਈ ਸ਼ਕਤੀ ਦਾ ਸਮਾਚਾਰ ਮਿਲਿਆ ਤਾਂ ਉਸਨੇ ਪੰਜਾਬ ਦੇ ਮੁਗਲ ਫੌਜਦਾਰਾਂ ਨੂੰ ਨਵੰਬਰ 1693 ਈਸਵੀ ਵਿੱਚ ਹੁਕਮ ਭੇਜਿਆ ਕਿ ਉਹ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ। ਇਸ ਹੁਕਮ ਨੂੰ ਅਸਲੀ ਰੂਪ ਦੇਣ ਲਈ ਕਾਂਗੜਾ ਦੇ ਫੌਜਦਾਰ ਦਿਲਾਵਰ ਖਾਂ ਨੇ 1694 ਤੋਂ 96 ਈਸਵੀ ਦੇ ਦੌਰਾਨ ਖਾਨਜ਼ਾਦਾ ਰੁਸਤਮ ਖਾਂ, ਹੁਸੈਨ ਖਾਂ ਅਤੇ ਜੁਝਾਰ ਸਿੰਘ ਤੇ ਚੰਦੇਲ ਰਾਏ ਦੀ ਕਮਾਨ ਹੇਠ 3 ਮੁਹਿੰਮਾਂ ਭੇਜੀਆਂ। ਇਹ ਸਾਰੀਆਂ ਮੁਹਿੰਮਾਂ ਜਿਹੜੀਆਂ ਸੀ ਉਹ ਫੇਲ ਰਹੀਆਂ, ਅਸਫਲ ਰਹੀਆਂ। ਜਦੋਂ ਔਰੰਗਜ਼ੇਬ ਨੇ ਮੁਗਲ ਸੈਨਾਵਾਂ ਦੀਆਂ ਇਹਨਾਂ ਹਾਰਾਂ ਦੀ ਸੂਚਨਾ ਦੱਖਣ ਵਿੱਚ ਮਿਲੀ ਤਾਂ ਉਸਨੇ ਤੁਰੰਤ ਹੀ ਸਾਹਿਬਜ਼ਾਦਾ ਮੁਅੱਜ਼ਮ ਨੂੰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੀ ਸ਼ਕਤੀ ਕੁਚਲਣ ਲਈ ਭੇਜਿਆ। ਮੁਅੱਜ਼ਮ ਨੇ ਲਾਹੌਰ ਪਹੁੰਚ ਕੇ ਮਿਰਜ਼ਾ ਬੇਗ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਹਾੜੀ ਰਾਜਿਆਂ ਵਿਰੁੱਧ ਭੇਜੀ। ਉਹ ਪਹਾੜੀ ਰਾਜਿਆਂ ਨੂੰ ਭਾਂਜ ਦੇਣ ਅਤੇ ਉਹਨਾਂ ਨੂੰ ਮੁਗਲ ਸਰਕਾਰ ਦੇ ਅਧੀਨ ਕਰਨ ਵਿੱਚ ਸਫਲ ਹੋਇਆ, ਪਰੰਤੂ ਭਾਈ ਨੰਦ ਲਾਲ ਦੇ ਕਹਿਣ ਤੇ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਅਤੇ ਸਾਹਿਬਜ਼ਾਦਾ ਮੁਅੱਜ਼ਮ ਦੀ ਸੇਵਾ ਵਿੱਚ ਮੀਰ ਮੁਨਸ਼ੀ ਸੀ। ਸ਼ਾਹਜ਼ਾਦਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਮੁਅੱਜ਼ਮ ਦੇ ਲਾਹੌਰ ਨੂੰ ਛੱਡ ਜਾਣ ਨਾਲ ਗੁਰੂ ਸਾਹਿਬ ਦੀ ਚਿੰਤਾ ਦੂਰ ਹੋ ਗਈ। ਅਗਲੇਰੇ 2.5 ਵਰ੍ਹੇ ਕਰੀਬਨ 1696 ਤੋਂ 99 ਈਸਵੀ ਵਿੱਚ ਉਹਨਾਂ ਨੂੰ ਨਾ ਤਾਂ ਮੁਗਲਾਂ ਤੋਂ ਅਤੇ ਨਾ ਹੀ ਪਹਾੜੀ ਰਾਜਿਆਂ ਤੋਂ ਕੋਈ ਖਤਰਾ ਰਿਹਾ। ਇਸ ਲਈ ਉਹ ਹੁਣ ਆਪਣਾ ਧਿਆਨ ਸ਼ਕਤੀ ਪੂਰਨ ਰੂਪ ਵਿੱਚ ਆਪਣੇ ਜੀਵਨ ਵਿੱਚ ਅਸਲੀ ਮਿਸ਼ਨ ਨੂੰ ਪੂਰਾ ਕਰਨ ਵਿੱਚ ਲਗਾ ਸਕੇ। ਤਾਂ ਇਹ ਹੈ ਬੇਟੇ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਦਾ ਸਮਾਂ, ਯਾਨੀ ਕਿ ਗੁਰੂ ਗੱਦੀ ਸੰਭਾਲਣ ਤੋਂ ਬਾਅਦ ਔਰ ਖਾਲਸਾ ਦੀ ਸਥਾਪਨਾ ਤੋਂ ਪਹਿਲੇ ਜਿਹੜਾ ਪੂਰਵ ਖਾਲਸਾ ਕਾਲ ਦਾ ਇਹ ਸਮਾਂ ਹੈ। ਇੱਕ ਵਾਰੀ ਫੇਰ ਬੇਟੇ ਮੈਂ ਕਹਾਂਗਾ, ਜਿਸ ਵੀ ਵਿਦਿਆਰਥੀਆਂ ਨੇ ਸਕੂਲ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਨ। ਜਿੰਨੀਆਂ ਵੀ ਵੀਡੀਓਜ਼ ਬੇਟੇ ਬਣਾ ਰਹੇ ਹਾਂ ਉਹ ਤੁਹਾਡੇ ਲਈ ਬਣਾ ਰਹੇ ਹਾਂ, ਤਾਂ ਜ਼ਰੂਰ ਇਹਨਾਂ ਨੂੰ ਧਿਆਨ ਨਾਲ ਦੇਖੋ, ਸਮਝਣ ਦੀ ਕੋਸ਼ਿਸ਼ ਕਰੋ। ਅੱਛੀਆਂ ਲੱਗਦੀਆਂ ਨੇ ਤਾਂ ਕਮੈਂਟ ਕਰੋ, ਕੁਝ ਵੀ ਪੁੱਛਣਾ ਚਾਹੋ ਤਾਂ ਫੋਨ ਵੀ ਕਰੋ, ਤਾਂ ਪਰ ਦੇਖੋ ਜ਼ਰੂਰ। ਥੈਂਕ ਯੂ।